ਭਾਜੀ ਨੇ ਸਰਵਨ ਕਰਾਇਆ, ਤੂੰ ਹੀ ਤੂੰ ਹੀ। ਅਸੀਂ ਇਹ ਸਾਰੇ ਬੈਠੇ ਹੀ ਹੋਏ ਹਾਂ ਇੱਥੇ ਬੰਦਗੀ ਕਰਨ ਵਾਸਤੇ, ਪ੍ਰਭੂ ਨੂੰ ਯਾਦ ਕਰਨ ਵਾਸਤੇ ਕਿ ਤੂੰ ਹੀ ਤੂੰ ਹੈ। ਗੁਰੂ ਨਾਨਕ ਪਾਤਸ਼ਾਹ ਜੀ ਨੇ ਕਿਹਾ ਕਿ ਚਿੰਤਤ ਹੀ ਦਿਸੈ ਸਭ ਕੋਏ, ਚੇਤੇ ਏਕ ਤਹੀਂ ਸੁਖ ਹੋਏ। ਅਸੀਂ ਉਸੇ ਪ੍ਰਭੂ ਨੂੰ ਚੇਤੇ ਕਰਨ ਵਾਸਤੇ ਬੈਠੇ ਹਾਂ। ਉਹਨਾਂ ਨੇ ਕਿਹਾ ਹੈ, ਪਾਤਸ਼ਾਹ ਨੇ ਇਹਦੇ 'ਚ ਸਾਨੂੰ ਦੱਸਿਆ ਹੈ ਕਿ ਹਰ ਇੱਕ ਕੋਈ ਉਹ ਚਿੰਤਾ ਦੇ ਵਿੱਚ ਹੀ ਹੈ। ਅਸੀਂ ਵੀ ਉੱਠਦੇ ਹਾਂ ਸਵੇਰੇ, ਰੋਜ਼ ਚਿੰਤਾ ਹੁੰਦੀ ਹੈ। ਅੱਜ ਇਸ ਚੀਜ਼ ਦੀ ਚਿੰਤਾ ਹੈ ਤੇ ਅੱਜ ਉਸ ਚੀਜ਼ ਦੀ ਚਿੰਤਾ ਹੈ। ਤੇ ਜੋ ਮਨੁੱਖ ਹੈ, ਮਨੁੱਖ ਦੀਆਂ ਦੋ ਅਵਸਥਾ ਹੁੰਦੀਆਂ। ਜਾਂ ਤੇ ਉਹ ਬੜਾ ਕਿਸੇ ਦਿਨ ਬੜਾ ਖੁਸ਼ ਹੁੰਦਾ ਹੈ, ਸੁੱਖ ਮਹਿਸੂਸ ਕਰਦਾ ਹੈ, ਜਾਂ ਕਿਸੇ ਦਿਨ ਹੁੰਦਾ ਉਹ ਬੜਾ ਦੁਖੀ ਹੁੰਦਾ ਹੈ। ਤੇ ਇਹ ਜੋ ਸੁੱਖ ਔਰ ਦੁੱਖ ਨੇ, ਇਹ ਦੋਨੋਂ ਮਨੁੱਖ ਦੇ ਦਿਮਾਗ ਦੇ ਉੱਤੇ, ਦਿਲ ਦੇ ਉੱਤੇ, ਮਨ ਦੇ ਉੱਤੇ ਇਹ ਬਹੁਤ ਪ੍ਰਭਾਵ ਪਾਉਂਦਾ ਹੈ। ਸਾਡਾ ਸੁੱਖ ਵੀ ਔਰ ਸਾਡਾ ਦੁੱਖ ਵੀ। ਤੇ ਇਹਦੇ ਵਿੱਚ ਜਦੋਂ ਅਸੀਂ ਬਹੁਤ ਸੁਖੀ ਖੁਸ਼ ਹੁੰਨੇ ਆ, ਸੁੱਖ ਵਿੱਚ ਹੁੰਨੇ ਆ, ਤਾਂ ਵੀ ਅਸੀਂ ਪਰਮਾਤਮਾ ਨੂੰ ਭੁੱਲ ਜਾਂਦੇ ਆ। ਦੁਖੀ ਹੁੰਨੇ ਆ ਤੇ ਅਸੀਂ ਚਿੰਤਾ ਇੰਨੀ ਕਰਦੇ ਹਾਂ, ਇੰਨੀ ਚਿੰਤਾ ਕਰਦੇ ਹਾਂ, ਅਸੀਂ ਤਾਂ ਵੀ ਪਰਮਾਤਮਾ ਨੂੰ ਭੁੱਲ ਜਾਂਦੇ ਆ। ਔਰ ਕਈ ਵਾਰੀ ਇਹ ਦੋਨੋਂ ਹੀ ਅਵਸਥਾ ਸਾਡੇ ਦਿਮਾਗ ਦੇ ਉੱਤੇ ਇਹ ਬਹੁਤ ਪ੍ਰਭਾਵ ਪਾਉਂਦੀਆਂ। ਤੇ ਜੋ ਬਾਣੀ ਹੈ, ਗੁਰੂ ਹੈ ਔਰ ਜੋ ਭਗਤ ਨੇ, ਉਹਨਾਂ ਨੇ ਸਾਨੂੰ ਦੱਸਿਆ ਹੈ ਕਿ ਅਗਰ ਇਸ ਅਵਸਥਾ ਤੋਂ ਮਨੁੱਖ ਨੇ ਨਿਕਲਣਾ ਹੋਵੇ ਤੇ ਉਹਨੂੰ ਆਪਣੇ ਦਿਮਾਗ ਨੂੰ, ਆਪਣੇ ਮਨ ਨੂੰ ਉਸ ਤਰੀਕੇ ਦੇ ਨਾਲ ਤਿਆਰ ਕਰਨਾ ਪਏਗਾ, ਉਹਨੂੰ ਉਸ ਤਰ੍ਹਾਂ ਦਾ ਸਟਰੋਂਗ ਬਣਾਉਣਾ ਪਏਗਾ ਕਿ ਉਹਨੂੰ ਸੁੱਖ ਮਹਿਸੂਸ ਹੋਏ, ਨਾ ਉਹਨੂੰ ਦੁੱਖ ਮਹਿਸੂਸ ਹੋਏ। ਤੇ ਇਹ ਬਾਣੀ 'ਚ ਕੀ ਲਿਖਿਆ ਹੈ ਕਿ ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ, ਸੁਖ ਸਨੇ ਅਰ ਪੈ ਨਹੀਂ ਜਾਕੈ, ਕੰਚਨ ਮਾਟੀ ਮਾਨੇ। ਕਿ ਉਹਨੇ ਉਸ ਨੂੰ, ਮਨੁੱਖ ਨੂੰ ਦੁੱਖ ਵਿੱਚ ਉਹ ਦੁੱਖ ਮਹਿਸੂਸ ਨਾ ਕਰੇ। ਔਰ ਇਹ ਅਵਸਥਾ ਉਹਦੀ ਕਦੋਂ ਹੋਏਗੀ? ਜਦੋਂ ਉਹ ਬੰਦਗੀ ਕਰੇਗਾ। ਸਾਨੂੰ ਭਗਤਾਂ ਨੇ, ਸਾਡੇ ਗੁਰੂਆਂ ਨੇ ਸਾਨੂੰ ਕਿਹਾ ਹੈ ਕਿ हे ਮਨੁੱਖ, ਅਗਰ ਤੂੰ ਆਪਣੀ ਇਹੋ ਜਿਹੀ ਅਵਸਥਾ ਬਣਾ ਲੈ ਕਿ ਤੈਨੂੰ ਸੁੱਖ ਵੀ ਤੈਨੂੰ ਸਹਾਰਨਾ ਆਸਾਨ ਹੋ ਜਾਏ ਔਰ ਤੇਰੇ ਵਾਸਤੇ ਦੁੱਖ ਵੀ ਸਹਾਰਨਾ ਤੇਰੇ ਵਾਸਤੇ ਆਸਾਨ ਹੋ ਜਾਏ। ਤੇ ਇਹਦੇ 'ਚ ਇੱਕ ਰਾਜਾ ਸੀ, ਉਹ ਬਹੁਤ ਬਿਮਾਰ ਹੋ ਗਿਆ। ਅਸੀਂ ਵੀ ਦੇਖਦੇ ਹਾਂ, ਕਈ ਵਾਰੀ ਕਹਿੰਦੇ ਆ ਕਿ ਇਹਨੂੰ ਹੁਣ ਦਵਾ ਕੰਮ ਨਹੀਂ ਕਰ ਰਹੀ ਤੇ ਹੁਣ ਇਹਨੂੰ ਦੁਆ ਕਰੋ, ਇਹਨੂੰ ਪਰਮਾਤਮਾ ਦਾ ਆਸਰਾ ਹੈ। ਹੁਣ ਵਾਹਿਗੁਰੂ ਹੈਗੇ ਨੇ ਜੋ ਇਹਨਾਂ ਤੇ ਮਿਹਰ ਕਰ ਸਕਦੇ ਨੇ। ਅਸੀਂ ਆਮ ਰੋਜ਼ ਸੁਣਦੇ ਹਾਂ ਆਪਣੀ ਜ਼ਿੰਦਗੀ ਦੇ ਵਿੱਚ। ਤੇ ਰਾਜਾ ਬਿਮਾਰ ਹੋ ਗਿਆ, ਵੈਦਾਂ ਨੇ ਬਹੁਤ ਇਲਾਜ ਕੀਤਾ, ਪਰ ਫਿਰ ਉਹਨਾਂ ਨੇ ਕਿਹਾ ਕਿ ਹੁਣ ਇਹ ਸਾਡੇ ਵੱਸ ਤੋਂ ਬਾਹਰ ਹੈ, ਹੁਣ ਪ੍ਰਭੂ ਦਾ ਹੀ ਆਸਰਾ ਹੈ। ਰਾਜਾ ਬਹੁਤ ਚਿੰਤਿਤ ਹੋ ਗਿਆ ਤੇ ਚਿੰਤਾ ਦੇ ਵਿੱਚ ਉਹਦੇ ਦਿਨ ਨਿਕਲਣ ਲੱਗ ਗਏ। ਉਹਨੂੰ ਨੀਂਦ ਆ ਗਈ। ਉਸ ਰਾਤੀ ਜਦੋਂ ਸੁੱਤਾ, ਕਈ ਵਾਰ ਜਦੋਂ ਬਿਮਾਰ ਹੁੰਦਾ ਕੋਈ ਤੇ ਉਹਨੂੰ ਦਿਨੇ ਵੀ ਨੀਂਦ ਆ ਜਾਂਦੀ ਹੈ ਤੇ ਉਹਨੂੰ ਟਾਈਮਿੰਗਸ ਉਹਦੇ ਖਰਾਬ ਹੋ ਜਾਂਦੇ ਨੇ। ਜਦੋਂ ਉਹਦੀ ਅੱਖ ਲੱਗੀ, ਉਹ ਸੁੱਤਾ ਤੇ ਉਹਨੂੰ ਇੱਕ ਸੁਪਨਾ ਆਇਆ ਕਿ ਉਹਦੇ 6 ਪੁੱਤਰ ਨੇ ਔਰ ਉਹ ਆਪਣੇ 6 ਪੁੱਤਰਾਂ ਦੇ ਨਾਲ ਬੈਠ ਕੇ ਭੋਜਨ ਖਾ ਰਿਹਾ ਹੈ। ਤੇ ਉਹਦੀ ਅਸਲੀ ਜ਼ਿੰਦਗੀ ਦੇ ਵਿੱਚ ਉਹਦਾ ਇੱਕ ਪੁੱਤਰ ਹੁੰਦਾ ਹੈ ਜੋ ਕਿ ਉਹਦੇ ਨਾਲ ਸੁੱਤਾ ਹੁੰਦਾ ਹੈ। ਤੇ ਰਾਜਾ ਨੀਂਦ ਦੇ ਵਿੱਚ ਸੁਪਨਾ ਦੇਖ ਰਿਹਾ ਹੁੰਦਾ ਹੈ, ਪਰ ਅਚਾਨਕ ਕੀ ਹੁੰਦਾ ਹੈ ਕਿ ਜੋ ਉਹਦੇ ਨਾਲ ਉਹਦਾ ਪੁੱਤਰ ਸੁੱਤਾ ਹੁੰਦਾ ਹੈ, ਉਹਦੀ ਅਚਾਨਕ ਉਹਦੇ ਸਵਾਸ ਰੁਕ ਜਾਂਦੇ ਨੇ ਔਰ ਉਹ ਅਕਾਲ ਚਲਾਣਾ ਕਰ ਜਾਂਦਾ ਹੈ। ਰਾਣੀ ਲਾਗੇ ਬੈਠੀ ਹੁੰਦੀ ਹੈ। ਉਹ ਜਦੋਂ ਦੇਖਦੀ ਹੈ ਕਿ ਪੁੱਤਰ ਦੇ ਸਵਾਸ ਰੁਕ ਗਏ ਨੇ
ਤੇ ਉਹਦੇ ਮੁਖ ਤੋਂ ਬਹੁਤ ਉੱਚੀ ਜੀ ਚੀਖ ਨਿਕਲਦੀ ਹੈ। ਜੋ ਚੀਖ ਸੁਣ ਕੇ ਰਾਜਾ ਉੱਠ ਜਾਂਦਾ ਹੈ ਤੇ ਰਾਜਾ ਉੱਠਦਾ ਹੈ ਤੇ ਉਹਦੇ ਦੇਖਦਾ ਹੈ ਉਹਦੀ ਪਤਨੀ ਰੋ ਰਹੀ ਹੈ, ਰਾਣੀ ਰੋ ਰਹੀ ਹੈ ਤੇ ਰਾਣੀ ਕਹਿੰਦੀ ਹੈ ਕਿ ਪੁੱਤਰ ਅਕਾਲ ਚਲਾਣਾ ਕਰ ਗਿਆ ਹੈ। 1 ਮਿੰਟ ਵਾਸਤੇ ਰਾਜਾ ਚੁੱਪ ਹੁੰਦਾ ਹੈ, ਫਿਰ ਜ਼ੋਰ ਦੀ ਹੱਸਣਾ ਸ਼ੁਰੂ ਕਰ ਦਿੰਦਾ ਹੈ ਤੇ ਰਾਣੀ ਸੋਚਦੀ ਹੈ ਕਿ ਸ਼ਾਇਦ ਇਹ ਬੜੇ ਦਿਨਾਂ ਤੋਂ ਬਿਮਾਰ ਚੱਲ ਰਹੇ ਨੇ ਰਾਜਨ, ਤੇ ਸ਼ਾਇਦ ਇਹਨਾਂ ਦੇ ਦਿਮਾਗ ਤੇ ਬਿਮਾਰੀ ਨੇ ਅਸਰ ਕਰ ਦਿੱਤਾ ਹੈ। ਤੇ ਉਹ ਰਾਜਾ ਨੂੰ ਕਹਿੰਦੀ ਹੈ ਕਿ ਰਾਜਨ, ਪੁੱਤਰ ਅਕਾਲ ਚਲਾਣਾ ਕਰ ਗਿਆ ਹੈ ਔਰ ਤੁਸੀਂ ਹੱਸ ਰਹੇ ਹੋ। ਤੇ ਰਾਜਾ ਕਹਿੰਦਾ ਹੈ ਮੈਂ ਇਸ ਇੱਕ ਪੁੱਤਰ ਨੂੰ ਰੋਵਾਂ ਜਾਂ ਮੇਰੇ ਜੋ 6 ਪੁੱਤਰ ਮਰ ਗਏ ਨੇ ਮੈਂ ਉਹਨਾਂ ਨੂੰ ਰੋਵਾਂ। ਰਾਣੀ ਕਹਿੰਦੀ ਮੈਂ ਸਮਝੀ ਨਹੀਂ ਰਾਜਨ। ਤੇ ਰਾਜਾ ਕਹਿੰਦੇ ਅੱਜ ਮੈਨੂੰ ਇੱਕ ਗੱਲ ਦਾ ਪਤਾ ਚੱਲ ਗਿਆ ਹੈ ਕਿ ਜੋ ਅਸੀਂ ਜ਼ਿੰਦਗੀ ਦੇਖ ਰਹੇ ਹਾਂ ਇਹ ਵੀ ਇੱਕ ਸੁਪਨਾ ਹੈ, ਔਰ ਜਿਸ ਸੁਪਨੇ 'ਚ ਮੈਂ ਦੇਖੇ ਮੇਰੇ 6 ਪੁੱਤਰ ਜਿਨ੍ਹਾਂ ਨਾਲ ਮੈਂ ਭੋਜਨ ਛਕ ਰਿਹਾ ਸੀ, ਉਹ ਵੀ ਮੇਰੀ ਅੱਖ ਖੁੱਲ੍ਹਦੇ ਉਹ ਖਤਮ ਹੋ ਗਏ। ਤੇ ਜੋ ਸੁਪਨਾ ਹੈ ਉਹ ਅੱਖਾਂ ਬੰਦ ਕਰਕੇ ਨੀਂਦ ਵਿੱਚ ਦੇਖਣਾ ਹੈ, ਔਰ ਜੋ ਹਕੀਕਤ ਹੈ, ਜੋ ਸਾਡੀ ਜ਼ਿੰਦਗੀ ਹੈ, ਇਹ ਅਸੀਂ ਖੁੱਲੀ ਅੱਖਾਂ ਦੇ ਨਾਲ ਸੁਪਨਾ ਦੇਖਦੇ ਹਾਂ। ਇਹ ਸਾਨੂੰ ਬਾਣੀ 'ਚ ਵੀ ਸਾਨੂੰ ਸਾਡੇ ਗੁਰੂਆਂ ਨੇ ਲਿਖਿਆ ਹੈ ਕਿ ਜਗ ਜੀਵਨ ਐਸਾ ਸੁਪਨੇ ਜੈਸਾ, ਜੀਵਨ ਸੁਪਨ ਸਮਾਨੰ। ਸਾਨੂੰ ਬਾਣੀ ਨੇ ਵੀ ਦੱਸਿਆ ਹੈ ਕਿ ਇਹ ਜੋ ਜੀਵਨ ਹੈ ਇਹ ਇੱਕ ਸੁਪਨਾ ਹੈ। ਬਾਣੀ 'ਚ ਇਹ ਵੀ ਲਿਖਿਆ ਹੈ ਜੋ ਜੀਵਨ ਹੈ ਉਹ ਇੱਕ ਰਾਤ ਹੈ। ਜੀਵਨ ਨੂੰ ਉਹਨਾਂ ਨੇ ਅਵਸਰ ਵੀ ਆਖਿਆ, ਔਸਰ ਬੀਤੇ ਹੋ ਜਾਤ ਹੈ, ਔਸਰ ਬੀਤੇ ਹੋ ਜਾਤ ਹੈ, ਕਹਿਓ ਮਾਨ ਲੈ ਮੇਰੋ, ਹਰ ਜਸ ਰੇ ਮਨਾ ਗਾਈ ਲੈ। ਸਾਨੂੰ ਬਾਣੀ ਨੇ ਇਹ ਵੀ ਕਿਹਾ ਹੈ ਕਿ हे ਮਨੁੱਖ, ਤੂੰ ਵਾਹਿਗੁਰੂ ਦਾ ਨਾਮ ਜਪ, ਤੂੰ ਪਰਮਾਤਮਾ ਦੀ ਬੰਦਗੀ ਕਰ, ਔਰ ਇਹ ਜੋ ਤੈਨੂੰ ਜੀਵਨ ਮਿਲਿਆ ਹੈ ਇਹ ਇੱਕ ਜੀਵਨ ਅਵਸਰ ਮਿਲਿਆ ਹੈ ਜੋ ਕਿ ਇੱਕ ਸੁਪਨੇ ਦੀ ਤਰ੍ਹਾਂ ਹੈ। ਇਹ ਤੇ ਪਾਣੀ ਦਾ ਬੁੱਧ-ਬੁੱਧਾ ਵੀ ਕਿਹਾ ਹੈ ਕਿ ਇਹ ਜਿਸ ਤਰ੍ਹਾਂ ਪਾਣੀ ਦਾ ਬੁੱਧ-ਬੁੱਧਾ ਬਣਦਾ ਹੈ, ਫੁੱਟ ਜਾਂਦਾ ਹੈ। ਰਾਤ ਕਿਹਾ ਹੈ ਜੀਵਨ ਨੂੰ ਕਿ ਜਿਸ ਤਰ੍ਹਾਂ ਰਾਤ ਸੁੱਤੇ ਪਏ ਨਿਕਲ ਜਾਂਦੀ ਹੈ, ਅਸੀਂ ਵੀ ਇਹ ਜ਼ਿੰਦਗੀ ਆਪਣੀ ਰਾਤ ਵਾਂਗੂ ਬਿਨਾਂ ਪਰਮਾਤਮਾ ਨੂੰ ਯਾਦ ਕੀਤੇ ਅਸੀਂ ਆਪਣੀ ਜ਼ਿੰਦਗੀ ਵਿਅਰਥ ਗਵਾ ਦਿੰਦੇ ਹਾਂ। ਤੇ ਜੋ ਸਾਨੂੰ ਮਨੁੱਖ ਜੀਵਨ ਮਿਲਿਆ ਹੈ, ਸਾਨੂੰ ਬਾਣੀ ਨੇ ਲਿਖਿਆ ਹੈ ਕਿ ਇਹ ਇੱਕ ਹੈ ਮਨੁੱਖ, ਇਹ ਤੈਨੂੰ ਅਵਸਰ ਮਿਲਿਆ ਹੈ, ਇਹ ਤੈਨੂੰ ਇੱਕ ਅਵਸਰ ਮਿਲਿਆ ਹੈ। ਕਿਸ ਵਾਸਤੇ? ਆਪਣੀ ਜ਼ਿੰਦਗੀ ਸਫਲਾ ਕਰਨ ਵਾਸਤੇ, ਆਪਣਾ ਜੀਵਨ ਸਫਲਾ ਕਰਨ ਵਾਸਤੇ। ਤੇ ਅਸੀਂ ਸਫਲਾ ਕਿਸ ਤਰ੍ਹਾਂ ਕਰ ਸਕਦੇ ਹਾਂ? ਪ੍ਰਭੂ ਦਾ ਨਾਮ ਸਿਮਰਨ ਕਰਕੇ, ਪ੍ਰਭੂ ਦਾ ਚਿੰਤਨ ਕਰਕੇ। ਕਿਉਂਕਿ ਜੋ ਸਾਨੂੰ ਬਾਣੀ 'ਚ ਇਹ ਲਿਖਿਆ ਹੈ ਕਿ ਤੂੰ ਜੋ ਤੈਨੂੰ ਜੀਵਨ ਮਿਲਿਆ ਤੇ ਸਾਡੇ ਪਿਛਲੇ ਕਰਮਾਂ ਕਰਕੇ ਹੈ, ਪਰ ਇਹ ਪ੍ਰਭੂ ਦੇ ਹੀ ਕਾਰਨ ਮਿਲਿਆ ਹੈ ਔਰ ਬੰਦਗੀ ਕਰਨ ਵਾਸਤੇ ਹੀ ਮਿਲਿਆ ਹੈ। ਔਰ ਬਾਣੀ ਨੇ ਇਹ ਵੀ ਲਿਖਿਆ ਹੈ ਕਿ ਜੋ ਸਾਨੂੰ ਮਨੁੱਖਾ ਜੀਵਨ ਹੁੰਦਾ ਹੈ ਇਹ ਬੜੀ ਦੁਰਲਭ ਦੇਹ ਮਿਲਦੀ ਹੈ ਸਾਨੂੰ, ਔਰ ਇਹ ਸਾਡੀ ਪਰਮਾਤਮਾ ਨੇ ਸਾਡੇ ਕਰਮ ਸਾਡੇ ਹੱਥ 'ਚ ਰੱਖੇ ਨੇ ਕਿ ਸਾਨੂੰ ਫ੍ਰੀ ਰੱਖਿਆ ਹੈ ਕਿ ਅਸੀਂ ਆਪਣੇ ਕਰਮ ਆਪਣੀ ਇੱਛਾ ਅਨੁਸਾਰ ਕਰ ਸਕਦੇ ਹਾਂ। ਇਸ ਲਈ ਜੋ ਮਨੁੱਖੀ ਜੀਵਨ ਹੈ ਇਹਨੂੰ ਕਰਮ ਭੂਮੀ ਵੀ ਕਿਹਾ ਹੈ। ਤੇ ਬਾਣੀ 'ਚ ਕੀ ਲਿਖਿਆ ਹੈ? ਕਰਮ ਭੂਮ ਮੈਂ ਬੋਵੋ ਨਾਮ, ਪੂਰਨ ਹੋਏ ਤੁਮਾਰਾ ਕੰਮ। ਕਿ ਇਹ ਜੋ ਮਨੁੱਖਾ ਜੀਵਨ ਹੈ ਇਹ ਇੱਕ ਭੂਮੀ ਹੈ, ਕਰਮ ਭੂਮੀ ਹੈ। ਅਸੀਂ ਆਪਣੇ ਕਰਮਾਂ ਦੇ ਨਾਲ ਇਸ ਭੂਮੀ ਨੂੰ ਸਵਾਰਨਾ ਹੈ। ਔਰ ਕੀ ਕਿਹਾ ਹੈ ਸਾਡੇ ਬਾਣੀ 'ਚ ਸਾਨੂੰ ਕੀ ਉਪਦੇਸ਼ ਦਿੱਤਾ ਹੈ ਕਿ ਇਸ ਕਰਮ ਭੂਮੀ 'ਚ ਕਿਹੜੀ ਅਸੀਂ ਬੀਜ ਬੋਣਾ ਹੈ? ਅਸੀਂ ਨਾਮ ਦਾ ਬੀਜ ਬੋਣਾ ਹੈ। ਜਿਸ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਇੱਕ ਛੋਟਾ ਜਿਹਾ ਬੀ ਅਸੀਂ ਅਗਰ ਲਗਾਈਏ, ਇੱਕ ਬੀ ਜਦੋਂ ਪ੍ਰਫੁੱਲਿਤ ਹੁੰਦਾ ਹੈ, ਜਦੋਂ ਵ੍ਰਿਕਸ਼ ਬਣ ਜਾਂਦਾ ਹੈ, ਫਲ ਦਿੰਦਾ ਹੈ,
ਉਦੋਂ ਇੱਕ ਵੀ ਕਿੱਥੇ ਜਾਂਦਾ ਹੈ, ਉਹਦੀ ਆਪਣੀ ਤੇ ਉਹਦੀ ਹੋਂਦ ਖਤਮ ਹੋ ਜਾਂਦੀ ਹੈ। ਪਰ ਇੱਕ ਵੀ ਕਿੰਨੇ ਸਾਰੇ ਫਲ ਦਿੰਦਾ ਹੈ। ਇਸ ਲਈ ਅਗਰ ਪਰਮਾਤਮਾ ਦੇ ਨਾਮ ਦਾ ਇੱਕ ਵੀ ਮਨੁੱਖ ਅਗਰ ਆਪਣੇ ਹਿਰਦੇ ਵਿੱਚ ਬੋਲੇ ਤੇ ਫਿਰ ਉਹਨੂੰ ਇੰਨੇ ਫਲ ਪ੍ਰਾਪਤ ਹੁੰਦੇ ਨੇ, ਇੰਨੇ ਫਲ ਪ੍ਰਾਪਤ ਹੁੰਦੇ ਨੇ ਕਿ ਉਹਦਾ ਜੀਵਨ, ਉਹਦਾ ਆਇਆ ਇੱਥੇ ਸਫਲਾ ਹੋ ਜਾਂਦਾ ਹੈ। ਹੁਣ ਪਰਸੋਂ ਜਾਹਰ ਪੀਰ ਜਗਤ ਗੁਰ ਬਾਬਾ ਗੁਰੂ ਨਾਨਕ ਪਾਤਸ਼ਾਹ ਜੀ ਦਾ ਇਹ ਜੋਤੀ ਜੋਤ ਦਿਵਸ ਇਹ ਪਰਸੋਂ ਗਿਆ ਹੈ। ਤੇ ਗੁਰੂ ਨਾਨਕ ਪਾਤਸ਼ਾਹ ਜੀ ਦੇ ਨਾਲ ਇੱਕ ਪਾਸੇ ਬਾਲਾ ਜੀ ਸੀ, ਇੱਕ ਪਾਸੇ ਮਰਦਾਨਾ ਜੀ ਸੀ। ਗੁਰੂ ਨਾਨਕ ਪਾਤਸ਼ਾਹ ਜੀ ਜਗਤ ਪੀਰ, ਜਗਤ ਬਾਬਾ ਰਹੇ ਨੇ। ਉਹਨਾਂ ਨੇ ਆਪਣੇ ਨਾਲ ਬਾਲਾ ਜੀ ਨੂੰ ਰੱਖ ਕੇ ਜੋ ਕਿ ਹਿੰਦੂ ਸੀ, ਮਰਦਾਨਾ ਜੀ ਨੂੰ ਰੱਖ ਕੇ ਜੋ ਕਿ ਮੁਸਲਮਾਨ ਸੀ। ਉਹਨਾਂ ਨੇ ਏਕਤਾ ਦਾ ਉਪਦੇਸ਼ ਦਿੱਤਾ। ਉਹਨਾਂ ਨੇ ਕਿਹਾ ਏਕ ਪਿਤਾ ਏਕਸ ਕੇ ਹਮ ਬਾਰ। ਉਹਨਾਂ ਨੇ ਕਿਹਾ ਕਿ ਇੱਕੋ ਪਰਮਾਤਮਾ ਦੇ ਅਸੀਂ ਸਾਰੇ ਬੱਚੇ ਹਾਂ। ਉਹਨਾਂ ਨੇ ਉਪਦੇਸ਼ ਦਿੱਤਾ ਜੋ ਉਹਨਾਂ ਨੇ ਬਾਲਾ ਜੀ ਔਰ ਮਰਦਾਨਾ ਜੀ ਨੂੰ ਆਪਣੀ ਸਾਰੀ ਜ਼ਿੰਦਗੀ, ਆਪਣੇ ਸਾਰੇ ਉਦਾਸੀਆਂ ਦੇ ਦੌਰਾਨ ਆਪਣੇ ਨਾਲ ਰੱਖਿਆ। ਇਸ ਗੱਲ ਦਾ ਪ੍ਰਤੀਕ ਸੀ ਕਿ ਪਾਤਸ਼ਾਹ ਨੇ ਪੁਰਾਣ ਔਰ ਕੁਰਾਨ ਨੂੰ ਇਕੱਠਾ ਕੀਤਾ। ਉਹਨਾਂ ਨੇ ਮੱਕੇ ਨੂੰ ਔਰ ਬਨਾਰਸ ਨੂੰ ਉਹਨਾਂ ਨੇ ਇਕੱਠਾ ਕੀਤਾ। ਉਹਨਾਂ ਨੇ ਏਕਤਾ ਦਾ ਉਪਦੇਸ਼ ਦਿੱਤਾ। ਪਰ ਜਦੋਂ ਉਹਨਾਂ ਦਾ ਅੰਤਿਮ ਸਮੇਂ ਆਇਆ ਤੇ ਅੰਤਿਮ ਸਮੇਂ ਤੇ ਝਗੜਾ ਪੈ ਗਿਆ। ਹਿੰਦੂ ਕਹਿਣ ਕਿ ਅਸੀਂ ਮੜੀ ਬਣਾਉਣੀ ਹੈ, ਕਿਉਂ? ਕਿਉਂਕਿ ਉਹ ਗੁਰੂ ਨਾਨਕ ਦੇਵ ਹਨ। ਮੁਸਲਮਾਨ ਕਹਿਣ ਕਿ ਅਸੀਂ ਕਬਰ ਬਣਾਉਣੀ ਹੈ ਕਿਉਂਕਿ ਉਹ ਵਲੀ ਅੱਲਾ ਨੇ। ਤੇ ਉਸ ਸਮੇਂ ਤੇ ਝਗੜਾ ਪੈ ਗਿਆ। ਜਦੋਂ ਚਾਦਰ ਚੁੱਕੀ ਤੇ ਗੁਰੂ ਨਾਨਕ ਪਾਤਸ਼ਾਹ ਦੇ ਚਾਦਰ ਦੇ ਨੀਚੇ ਦੇਹ ਦੀ ਜਗ੍ਹਾ ਗੁਲਾਬ ਦੇ 2 ਫੁੱਲ ਪਏ ਸੀ। ਇਹ ਵੀ ਪ੍ਰਤੀਕ ਸੀ ਫੁੱਲਾਂ ਦਾ ਕਿ ਪਾਤਸ਼ਾਹ ਪਹਿਲੀ ਗੱਲ ਤੇ ਉਹ ਦੱਸਣਾ ਚਾਹੁੰਦੇ ਸੀ ਕਿ ਉਹ ਕੋਈ ਦੇਹ ਨੂੰ ਨਹੀਂ ਪੂਜਣਾ, ਉਹ ਉਸ ਪਰਮਾਤਮਾ ਦੀ ਜੋਤ ਨੂੰ ਜੋ ਉਹ ਉਪਦੇਸ਼ ਦਿੰਦੇ ਆਏ ਨੇ ਉਹਨਾਂ ਨੂੰ ਪੂਜਣਾ ਹੈ। ਔਰ ਉਹਨਾਂ ਨੇ ਫੁੱਲ ਉੱਥੇ ਸੀ ਜੋ ਕਿ ਪ੍ਰਤੀਕ ਸੀ ਕਿ ਉਹ ਉਪਦੇਸ਼ ਦੇਣ ਆਏ ਸੀ, ਉਹ ਇੱਕ ਮਹਿਕ ਦੇਣ ਆਏ ਸੀ, ਉਹ ਇੱਕ ਜੀਵਨ ਕਿਸ ਤਰ੍ਹਾਂ ਜੀਣਾ ਹੈ ਉਹ ਸਾਨੂੰ ਦੱਸਣ ਆਏ ਸੀ। ਪਰ ਜਦੋਂ ਉੱਥੇ ਝਗੜਾ ਪੈ ਗਿਆ ਔਰ ਚਾਦਰ ਦੇ ਉਹਨਾਂ ਨੇ 2 ਟੁਕੜੇ ਕੀਤੇ ਤੇ ਉਹ ਜਦੋਂ 2 ਟੁਕੜੇ ਕਰਕੇ ਉਹਨਾਂ ਨੇ ਇੱਕ ਮੜੀ ਬਣਾਈ ਔਰ ਇੱਕ ਕਬਰ ਬਣਾਈ। ਤੇ ਰਾਤ ਨੂੰ ਰਾਵੀ ਦਾ ਪਾਣੀ ਇੰਨਾ ਚੜਿਆ ਕਿ ਨਾ ਉਹ ਮੜੀ ਰਹੀ ਨਾ ਉਹ ਕਬਰ ਰਹੀ, ਉਹ ਵੀ ਮਿਟ ਗਈ। ਕਿ ਪਾਤਸ਼ਾਹ ਨੇ ਜਾਣ ਤੋਂ ਬਾਅਦ ਵੀ ਉਹਨਾਂ ਨੇ ਇਹੀ ਉਪਦੇਸ਼ ਦੇ ਕੇ ਗਏ ਕਿ ਕੋਈ ਨਾ ਮੜੀ ਔਰ ਜੋ ਵੇਦ ਔਰ ਪੁਰਾਣ ਔਰ ਕੁਰਾਨ ਇਹ ਸਭ ਇੱਕੋ ਹੈ। ਉਹਨਾਂ ਨੇ ਇਹ ਉਪਦੇਸ਼ ਦਿੱਤੇ ਕਿ ਬੰਦਗੀ ਪਰਮਾਤਮਾ ਦੀ ਕਰਨੀ ਹੈ। ਤੇ ਉਹਨਾਂ ਨੇ ਜੋ ਸਾਨੂੰ ਉਪਦੇਸ਼ ਦੇ ਕੇ ਗਏ ਸੀ, ਕਿਉਂਕਿ ਅਸੀਂ ਪਿਛਲੀ ਵਾਰ ਕੀਤਾ ਸੀ ਕਿ ਉਹ ਤੇ ਗੁਰੂ ਪਰਮੇਸ਼ਵਰ ਸੀ, ਉਹ ਤੇ ਗਿਆਨ ਵੰਡਣ ਆਏ ਸੀ, ਉਹ ਤੇ ਅੰਧਕਾਰ 'ਚ ਜੋ ਅਸੀਂ ਫਸੇ ਹੋਏ ਸੀ, ਜੋ ਅਸੀਂ ਭਰਮਾਂ 'ਚ ਪਏ ਹੋਏ ਸੀ, ਉਹਨਾਂ ਤੋਂ ਸਾਨੂੰ ਬਾਹਰ ਕੱਢਣ ਵਾਸਤੇ ਆਏ ਸੀ। ਪਰ ਅਸੀਂ ਬਾਹਰ ਉਹਨਾਂ 'ਚੋਂ ਨਿਕਲੇ ਕਿ ਨਹੀਂ ਨਿਕਲੇ, ਇਹ ਤੇ ਅਸੀਂ ਆਪਣੇ ਮਨ ਨੂੰ ਅਸੀਂ ਖੁਦ ਖੋਜਣਾ ਪਏਗਾ। ਕਿਉਂਕਿ ਅਸੀਂ ਬਾਣੀ ਦੇ ਅੱਗੇ ਮੱਥਾ ਤੇ ਜ਼ਰੂਰ ਟੇਕਦੇ ਹਾਂ,
ਪਰ ਅਸੀਂ ਕਿਆ ਉਹਨਾਂ ਦੀ ਉਪਦੇਸ਼ ਮੰਨਦੇ ਹਾਂ? ਸ਼ਾਇਦ ਅਸੀਂ ਅੱਜ ਵੀ ਨਹੀਂ ਮੰਨਦੇ, ਕਿਉਂਕਿ ਦੇਖੋ ਹੁਣ ਸ਼ਰਾਧ ਚੱਲ ਰਹੇ ਨੇ। ਸਾਨੂੰ ਪਾਤਸ਼ਾਹ ਇਹ ਸਭ ਭਰਮਾਂ ਚੋਂ ਸਾਨੂੰ ਕੱਢ ਕੇ ਗਏ। ਜਦੋਂ ਉਸ ਸਮੇਂ ਤੇ ਵੀ ਜਦੋਂ ਸ਼ਰਾਧ ਦਾ ਸਮੇਂ ਆਇਆ ਤੇ ਪਾਤਸ਼ਾਹ ਦੇ ਪਿਤਾ ਜੀ ਨੇ ਆਪਣੇ ਪਿਤਰਾਂ ਦਾ ਸ਼ਰਾਧ ਕਰਨ ਵਾਸਤੇ ਉਹਨਾਂ ਨੇ ਬ੍ਰਾਹਮਣ ਬੁਲਾਏ, ਉਹਨਾਂ ਨੇ ਭੋਜਨ ਤਿਆਰ ਕਰਾਇਆ, ਉਹਨਾਂ ਨੇ ਇੱਕ ਪੰਡਿਤ ਵੀ ਬੁਲਾਇਆ ਕਿ ਉਹ ਰੀਤੀ ਰਿਵਾਜ ਦੇ ਨਾਲ ਉਹ ਉਸ ਵਿਵਹਾਰ ਦੇ ਨਾਲ ਉਹਨਾਂ ਦਾ ਸ਼ਰਾਧ ਕਰ ਸਕਣ। ਤੇ ਸਹਿਜ ਸੁਭਾਅ ਪਾਤਸ਼ਾਹ ਵੀ ਉਦੋਂ ਆ ਗਏ। ਆ ਕੇ ਦੇਖਿਆ ਕਿ ਕਾਫੀ ਉੱਥੇ ਸਾਰੇ ਭੀੜ ਹੈ, ਉੱਥੇ ਭੋਜਨ ਵੀ ਬਣਿਆ ਹੋਇਆ ਹੈ, ਉੱਥੇ ਪੰਡਿਤ ਵੀ ਆਏ ਨੇ, ਉੱਥੇ ਬ੍ਰਾਹਮਣ ਵੀ ਆਏ ਨੇ। ਤੇ ਆ ਕੇ ਪਿਤਾ ਜੀ ਪਾਸ ਬੈਠ ਗਏ। ਜਦੋਂ ਪਿਤਾ ਜੀ ਪਾਸ ਬੈਠ ਗਏ ਤੇ ਉਹਨਾਂ ਨੇ ਆਪਣੇ ਪਿਤਾ ਜੀ ਨੂੰ ਕੀ ਵਚਨ ਕੀਤਾ ਕਿ ਪਿਤਾ ਜੀ ਤੁਸੀਂ ਇਹ ਕੀ ਕੰਮ ਤੁਸੀਂ ਕਰ ਰਹੇ ਹੋ? ਤੁਸੀਂ ਤੁਹਾਨੂੰ ਕਿਹੜਾ ਤੁਹਾਨੂੰ ਦੁੱਖ ਹੈ ਉਹ ਤੁਸੀਂ ਸਾਡੇ ਨਾਲ ਸਾਂਝਾ ਕਰੋ। ਇਹ ਤੁਸੀਂ ਕਿਹੜੇ ਕੰਮਾਂ 'ਚ ਫਸ ਗਏ ਹੋ? ਤੇ ਪਿਤਾ ਜੀ ਨੇ ਕਿਹਾ ਕਿ ਅਸੀਂ ਤੇ ਇਸ ਦਿਨ ਅਸੀਂ ਤੇ ਬੜੇ ਸਮੇਂ ਤੋਂ ਅਸੀਂ ਆਪਣੇ ਪਿਤਰਾਂ ਦਾ ਸ਼ਰਾਧ ਕਰਦੇ ਆਏ ਹਾਂ ਤੇ ਅੱਜ ਅਸੀਂ ਉਹਨਾਂ ਦਾ ਹੀ ਸ਼ਰਾਧ ਕਰਨ ਵਾਸਤੇ ਇਹ ਸਾਰੀ ਤਿਆਰੀ ਕੀਤੀ ਹੈ। ਤੇ ਪਾਤਸ਼ਾਹ ਨੇ ਕਿਹਾ ਕਿ ਪਿਤਾ ਜੀ ਤੁਸੀਂ ਜੋ ਤੁਹਾਡੇ ਪਿਤਰ ਨੇ ਉਹ ਐਸੀ ਜਗ੍ਹਾ ਤੇ ਗਏ ਨੇ ਕਿ ਜਿੱਥੇ ਨਾ ਭੁੱਖ ਨਾ ਪਿਆਸ, ਉੱਥੇ ਕੁਝ ਵੀ ਨਹੀਂ ਹੈ, ਉੱਥੇ ਤੇ ਸਿਰਫ ਸੁੱਖ ਹੀ ਸੁੱਖ ਹੈ। ਤੇ ਪਿਤਾ ਜੀ ਸੀ, ਪਾਤਸ਼ਾਹ ਨੂੰ ਉਹਨਾਂ ਨੇ ਕਿਹਾ, ਕਹਿੰਦੇ ਤੁਸੀਂ ਜਦੋਂ ਤੱਕ ਅਸੀਂ ਆਪਣੇ ਅੱਖੀ ਨਹੀਂ ਦੇਖ ਲੈਂਦੇ ਉਦੋਂ ਤੱਕ ਅਸੀਂ ਕਿਸ ਤਰ੍ਹਾਂ ਵਿਸ਼ਵਾਸ ਕਰ ਸਕਦੇ? ਤੁਸੀਂ ਸਾਨੂੰ ਅੱਖੀ ਦਿਖਾਓਗੇ ਤਾਂ ਹੀ ਅਸੀਂ ਮੰਨਾਂਗੇ, ਔਰ ਫਿਰ ਉਸ ਤੋਂ ਬਾਅਦ ਆਪਣੇ ਅੱਖੀ ਦੇਖਣ ਤੋਂ ਬਾਅਦ ਫਿਰ ਜੋ ਤੁਸੀਂ ਕਹੋਗੇ ਅਸੀਂ ਉਸੇ ਤਰ੍ਹਾਂ ਹੀ ਕਰਾਂਗੇ। ਤੇ ਉਹਨਾਂ ਨੇ ਕਿਹਾ ਕਿ ਅਗਰ ਤੁਸੀਂ ਆਪਣੇ ਪਿਤਰਾਂ ਨੂੰ ਦੇਖਣਾ ਚਾਹੁੰਦੇ ਹੋ ਕਿ ਕਿੰਨੇ ਉਹ ਸੁੱਖ ਵਿੱਚ ਨੇ, ਆਨੰਦ ਵਿੱਚ ਨੇ, ਤੇ ਤੁਸੀਂ ਆਪਣੀਆਂ ਅੱਖਾਂ ਬੰਦ ਕਰੋ ਤੇ ਆਪਣੇ ਮਨ 'ਚ ਨਿਸ਼ਚੈ ਧਾਰਨ ਕਰਕੇ ਪਿਤਾ ਜੀ ਨੇ ਅੱਖਾਂ ਆਪਣੀਆਂ ਦੋਨੋਂ ਬੰਦ ਕੀਤੀਆਂ ਤੇ ਕੀ ਦੇਖਿਆ ਕਿ ਸੱਚਖੰਡ ਵਿੱਚ ਉਹਨਾਂ ਦੇ ਜਿੱਥੇ ਭਗਤ ਰਹਿੰਦੇ ਨੇ ਉਹਨਾਂ ਦੇ ਪਿਤਰ ਉੱਥੇ ਵਾਸ ਕਰ ਰਹੇ ਨੇ। ਔਰ ਜਦੋਂ ਕਾਲੂ ਜੀ ਨੂੰ ਦੇਖਿਆ ਤੇ ਉਹਨਾਂ ਦੇ ਸਾਰੇ ਪਿੱਤਰ ਉੱਠ ਖੜੇ ਹੋਏ ਤੇ ਉਹਨਾਂ ਨੂੰ ਕਿਹਾ ਕਿ ਧੰਨ ਹੈ ਤੁਹਾਡੀ ਕਰਨੀ, ਜਿਸ ਕਰਕੇ ਤੁਹਾਡੇ ਘਰ ਐਸੇ ਸ਼੍ਰੇਸ਼ਟ ਪੁੱਤਰ ਨੇ ਜਨਮ ਲਿੱਤਾ ਹੈ। ਤੇ ਉਹਨਾਂ ਦੇ ਪਿੱਤਰਾਂ ਨੇ ਕਿਹਾ ਕਿ ਤੁਸੀਂ ਆਪਣੇ ਪੁੱਤਰ ਨੂੰ, ਤੁਸੀਂ ਆਪਣੇ ਸੁਪੁੱਤਰ ਨੂੰ ਇੱਕ ਨਿਰੰਕਾਰ ਦਾ ਅਵਤਾਰ ਜਾਣੋ। ਔਰ ਜਦੋਂ ਪਿਤਾ ਜੀ ਨੇ ਆਪਣੇ ਪਿਤਰਾਂ ਨੂੰ ਪੁੱਛਿਆ ਕਿ ਤੁਸੀਂ ਇੱਥੇ ਕਦੋਂ ਤੋਂ ਵਾਸ ਕਰ ਰਹੇ ਹੋ, ਤੇ ਉਹਨਾਂ ਨੇ ਪਿਤਰਾਂ ਨੇ ਕੀ ਜਵਾਬ ਦਿੱਤਾ ਕਿ ਆਪ ਜੀ ਦੇ ਘਰ ਐਸਾ ਵਡਭਾਗੀ ਪੁੱਤਰ ਜਦੋਂ ਤੋਂ ਆਇਆ ਹੈ ਉਦੋਂ ਤੋਂ ਹੀ ਅਸੀਂ ਇੱਥੇ ਵਾਸ ਕਰ ਰਹੇ ਹਾਂ, ਔਰ ਉਹਨਾਂ ਨੇ ਹੀ ਸਾਡਾ ਸਭ ਦਾ ਉद्धार ਕੀਤਾ ਹੈ। ਤੇ ਤੁਸੀਂ ਉਹਨਾਂ ਨੂੰ ਨਿਰੰਕਾਰ ਦਾ ਅਵਤਾਰ ਜਾਣ ਕੇ ਤੁਸੀਂ ਉਹਨਾਂ ਨੂੰ ਹਰੀ ਦਾ ਹੀ ਰੂਪ ਮੰਨੋ। ਤੇ ਉਹ ਗੱਲਾਂ ਕਰ ਰਹੇ ਸੀ ਆਪਣੇ ਪਿਤਰਾਂ ਦੇ ਨਾਲ, ਉਹਨਾਂ ਦਾ ਮਨ ਨਹੀਂ ਕਰ ਰਿਹਾ ਸੀ ਕਿ ਉਹਨਾਂ ਨੂੰ ਛੱਡ ਕੇ ਜਾਣ। ਤੇ ਗੁਰੂ ਨਾਨਕ ਪਾਤਸ਼ਾਹ ਨੇ ਆਪਣੇ ਪਿਤਾ ਜੀ ਦਾ ਹੱਥ ਪਕੜਿਆ ਔਰ ਉਹਨਾਂ ਨੂੰ ਕਿਹਾ
कि पिता जी तुसी ब्राह्मणा नू भोजन छकाओ और तुसी प्रभु दा सिमरन करो। जदों उन्होंने अखां खोलियां, जदों पातशाह ने अपने पिता जी का हाथ पकड़िया और क्या कि पिता जी तुसी हुण उठो ते तुसी ब्राह्मणा नू भोजन छकाओ। ते उन्होंने अखां खोलियां ते उन्होंने फिर की किया, कहते हैं मैं बहुत प्रसन्न होया अपने पितरां नू देख के, और हुण मेरी भी इच्छा यही है कि जदों मैं अपनी देह छड्डां, जदों मैं अपना ये चोला छड्डां ते मैं भी उस थां जाके निवास करां जिथे साडे पितर निवास करते ने, सचखंड दे विच। ते पर पातशाह ने उन्होंने उपदेश की दिता सी कि प्रभु दी बंदगी करनी। ते उन्होंने फिर जदों अपनी अखी देखा, फिर उन्होंने उन्होंने वचन मन्ने, उन्होंने उठे ब्राह्मणों को भोजन छकाया और फिर वो ऐसी भगती च लीन हुए कि फिर कुछ दिनों के बाद जदों उन्होंने अपना शरीर त्याग्या तो वो भी फिर सचखंड विच जा बसे। पर किस तरह, जदों प्रभु नूं ध्याया। और जो साडा अज दा शब्द है संगत जी, वो है मन मेरे राम नाम जप जाप। मन मेरे, मन नूं ही ते काबू करना कितना मुश्किल है, ते मन नूं काबू करन वास्ते ही असी अपने जो मन नूं कित्थे जोड़ना है, प्रभु दे चरनां नाल जोड़ना है। ते इहदे च सानू पातशाह ने लिखिया है कि मन मेरे राम नाम जप जाप। इहदे च पातशाह ने सानू आदेश दिता है कि हे मनुख, और मनुख ने अपने अगे मन नू आदेश दिता है कि हे मन तू प्रभु दा नाम जप, तू वाहिगुरु दी बंदगी कर। ते फिर की होएगा, मन इच्छे फल पुंज तू सब चूकै सोग संताप। ते फिर जदों प्रभु दा सिमरन करदे हाँ ते फिर जो मांगे ठाकुर अपने ते सोई सोई दे। फिर वाहिगुरु की करते ने, मन इच्छा जो जो प्रभु दी बंदगी करता है, फिर जो ओदियां इच्छावां हुंदियां ने वो पूरियां हुंदियां ने। और सारे जो सोग संताप हुंदे ने, जो ये मन दे जो माया च फस के मन मोह दे कलेश हुंदे ने ना, इन्हां तो फिर ये छुटकारा मिल जाता है। उद्यम कर हर जापना, और उद्यम ते सानू आप करना पएगा कि उद्यम करके परमात्मा दा नाम जप वड भागी तन खाट। और वो जो वडमुला धन है वो सानू खटना है परमात्मा दे नाम दा, क्योंकि बाणी च लिखिया है कि जिहड़ा जीवन है वो सुपना है, सानू जीवन ते मान नहीं करना है, अपने ये जीवन ते बिल्कुल नहीं मान करना, क्योंकि ये ते सुपना है। और जीवन एक अवसर है, अवसर कादा है, ये सफला करन दा अवसर मिले, क्योंकि पता नहीं सानू फिर समय मिले कि ना मिले, मनुखी जीवन सानू मिले कि ना मिले, ये कुछ नहीं पता। इसलिए ये जो सानू समय वाहिगुरु ने दिता है, ਇਹਦਾ ज़्यादा तो ज़्यादा लाभ असी चुकना है। और ये भी लिखा है कि ये इन्ना कीमती साज है, ये जिहड़ा जीवन है इन्ना कीमती साज है कि सानू हमेशा उद्यम करना है, सानू कोशिश करना है कि इस साज तो असी रब्बी गुण गाइए, असी रब्बी नगमे कढ़िए, असी कीर्तन करिए, बंदगी करिए, सुनिए, कथा सुनिए। जिथे भी अवसर मिले, जिथे भी अवसर मिले, जिथे भी असी बैठे हाँ, कोशिश करिए एक 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 श्वास असी अपना वाहिगुरु दे नाम दे विच असी लगाइए। ते ये सानू जिहड़ी जीवन सीढ़ी भी क्या है कि ये सानू जिहड़ा जीवन है एक ऐसी सीढ़ी मिलिया है कि जिथे चढ़ के, जिथे जिस जपजी साहब च पौड़ियां ने, जपजी साहब च सानू पौड़ियां दित्तियां हैं पातशाह ने कि एक एक पौड़ी चढ़ के असी किधर जाना है, असी सचखंड वल जाना है, असी अपना
ਜੀਵਨ ਅਸੀਂ ਇੰਨਾ ਉੱਚਾ ਕਰ ਲੈਣਾ, ਇੰਨਾ ਸੁੱਚਾ ਕਰ ਲੈਣਾ ਹੈ ਕਿ ਅਸੀਂ ਸੱਚਖੰਡ ਵਸ ਜਾਣਾ ਹੈ। ਕਿ ਇਹ ਅਵਸਰ ਸਾਨੂੰ ਪਤਾ ਨਹੀਂ ਸਾਨੂੰ ਦੁਬਾਰਾ ਮਨੁੱਖੀ ਜੀਵਨ ਮਿਲਣਾ ਹੈ ਕਿ ਨਹੀਂ ਮਿਲਣਾ। ਇਸ ਲਈ ਜ਼ਿਆਦਾ ਤੋਂ ਜ਼ਿਆਦਾ ਇਸ ਚੀਜ਼ ਦਾ ਅਸੀਂ ਇਸ ਸਮੇਂ ਦਾ ਉਪਯੋਗ ਕਰਨਾ ਹੈ। ਉਦਮ ਕਰ ਹਰ ਜਾਪਣਾ, ਵੱਡ ਭਾਗੀ ਤਨ ਖਾਟ, ਸਤ ਸੰਗ ਹਰ ਸਿਮਰਨਾ, ਮਲ ਜਨਮ ਜਨਮ ਕੀ ਕਾਟ। ਔਰ ਸੰਤਾਂ ਦੇ ਸੰਗ ਕਰਕੇ ਕੀ ਕਰਨਾ ਹੈ? ਸੰਤਾਂ ਦਾ ਸੰਗ ਕਰਾਂਗੇ, ਬਾਣੀ ਪੜਾਂਗੇ, ਬਾਣੀ ਸੁਣਾਂਗੇ, ਸਾਡਾ ਮਨ ਜਿਹੜੀਆਂ ਮਹਿਲਾਂ ਹੋਣਗੀਆਂ ਉਹ ਫਿਰ ਜਿਹੜੀਆਂ ਜਨਮਾਂ ਦੀਆਂ ਮਹਿਲਾਂ ਸਾਡੇ ਮਨ 'ਚ ਲੱਗੀਆਂ ਹੋਈਆਂ, ਸਾਡਾ ਮਨ ਜਿਹੜਾ ਕਾਲਾ ਹੋਇਆ ਪਿਆ ਮਹਿਲਾਂ ਦੇ ਨਾਲ, ਇਹ ਵੀ ਫਿਰ ਸਾਡਾ ਇਹ ਮਹਿਲਾਂ ਉਤਰਨਗੀਆਂ। ਜਿਸ ਕਾਰਨ ਤਨ ਧਾਰਿਆ, ਹੁਣ ਜਿਸ ਕਾਰਨ ਤਨ ਧਾਰਿਆ ਸੋ ਪ੍ਰਭ ਡਿਠਾ ਨਾਲ। ਪਹਿਲੀ ਗੱਲ ਅਸੀਂ ਇਹ ਯਾਦ ਰੱਖਣੀ ਆ ਕਿ ਇਹ ਜਿਹੜੀ ਸਾਡੀ ਮਨੁੱਖੀ ਜੀਵਨ ਹੈ ਇਹ ਪ੍ਰਭੂ ਦੀ ਦੇਣ ਹੈ। ਔਰ ਕਿਸ ਚੀਜ਼ ਦੀ ਦੇਣ ਹੈ? ਜੋ ਅਸੀਂ ਚੰਗੇ ਕੰਮ ਕੀਤੇ ਨੇ ਉਸ ਬਦਲੇ ਸਾਨੂੰ ਪ੍ਰਭੂ ਨੇ ਇਹ ਦੇ ਦਿੱਤੀ ਹੈ। ਤੇ ਇਸ ਲਈ ਅਸੀਂ ਉਸ ਪ੍ਰਭੂ ਨੂੰ ਹਮੇਸ਼ਾ ਆਪਣੇ ਅੰਗ ਸੰਗ, ਹਮੇਸ਼ਾ ਆਪਣੇ ਨਾਲ ਅਸੀਂ ਉਹਨੂੰ ਸਮਝਣਾ ਹੈ। ਅਸੀਂ ਜਦੋਂ ਕੋਈ ਦਾਨ ਕਰਦਾ ਨਾ, ਉਦੋਂ ਤੇ ਦਿਖਾ ਕੇ ਕਰਦਾ ਕਿ ਵੀ ਸਾਰੇ ਦੇਖਣ, ਉਦੋਂ ਵਾਹਿਗੁਰੂ ਦੇਖ ਰਿਹਾ। ਔਰ ਜਦੋਂ ਕੋਈ ਝੂਠ ਬੋਲਦਾ, ਕੋਈ ਚੋਰੀ ਕਰਦਾ, ਕੋਈ ਕਿਸੇ ਨੂੰ ਧੋਖਾ ਦਿੰਦਾ, ਫਿਰ ਅਸੀਂ ਸੋਚ ਲੈਂਦੇ ਕਿ ਸਾਨੂੰ ਤੇ ਬਾਬਾ ਜੀ ਦੇਖ ਹੀ ਨਹੀਂ ਰਿਹਾ। ਪਰ ਪ੍ਰਭੂ ਨੂੰ ਹਮੇਸ਼ਾ ਅਸੀਂ ਅਗਰ ਆਪਣੇ ਅੰਗ ਸੰਗ ਜਾਣਾਂਗੇ ਤੇ ਫਿਰ ਨਾ ਅਸੀਂ ਕੋਈ ਗਲਤ ਕੰਮ ਫਿਰ ਜਦੋਂ ਅਸੀਂ ਕਰਨ ਦੀ ਕੋਸ਼ਿਸ਼ ਹੀ ਨਹੀਂ ਕਰਾਂਗੇ। ਕਿਉਂਕਿ ਸਾਨੂੰ ਪਤਾ ਹੈ ਕਿ ਪ੍ਰਭੂ ਤੇ ਸਾਡੇ ਅੰਗ ਸੰਗ ਨੇ, ਸਾਡੇ ਨਾਲ ਨੇ। ਤੇ ਫਿਰ ਅਸੀਂ ਹਮੇਸ਼ਾ ਪ੍ਰਭੂ ਤੋਂ ਇਹ ਵਿਚਰਾਂਗੇ ਕਿ ਬਈ ਅਸੀਂ ਇਹ ਕੰਮ ਨਹੀਂ ਕਰਨਾ। ਅਸੀਂ ਪ੍ਰਭੂ ਤੋਂ ਡਰਾਂਗੇ ਕਿ ਸਾਨੂੰ ਬਾਬਾ ਜੀ ਦੇਖ ਰਹੇ ਨੇ, ਅਸੀਂ ਇਹ ਗਲਤ ਕੰਮ ਨਹੀਂ ਕਰਨਾ। ਔਰ ਜਦੋਂ ਅਸੀਂ ਬਾਣੀ ਪੜ੍ਹਦੇ ਰਹਾਂਗੇ ਫਿਰ ਤੇ ਸਾਡੇ ਮਨ 'ਚੋਂ ਉਹ ਨਿਕਲ ਹੀ ਜਾਏਗਾ। ਵੈਰ ਦੀ ਜੋ ਪ੍ਰਵਿਰਤੀ ਹੈ, ਜੋ ਵਿਰੋਧ ਦੀ ਪ੍ਰਵਿਰਤੀ ਹੈ, ਇਹ ਤੇ ਫਿਰ ਬਾਣੀ ਦੇ ਨਾਲ ਇਹ ਤੇ ਫਿਰ ਸਾਡਾ ਮਨ ਹੀ ਨਿਰਮਲ ਹੋ ਜਾਏਗਾ। ਫਿਰ ਤੇ ਅਸੀਂ ਕਿਸੇ ਨੂੰ ਉੱਚਾ ਨੀਵਾਂ, ਬੁਰਾ ਭਲਾ ਅਸੀਂ ਤੇ ਕਿਸੇ ਨੂੰ ਕਰਨਾ ਹੀ ਨਹੀਂ। ਅਸੀਂ ਤੇ ਫਿਰ ਸਾਰਿਆਂ ਨੂੰ ਇੱਕੋ ਜਿਹਾ ਜਾਣਾਂਗੇ। ਜਦੋਂ ਸਾਡਾ ਚਿੱਤ ਪਰਮਾਤਮਾ ਦੀ ਬੰਦਗੀ ਦੇ ਵਿੱਚ ਜੁੜੇਗਾ, ਉਦੋਂ ਹੀ ਇਹ ਸਾਡੇ 'ਚ ਤਬਦੀਲੀ ਆਏਗੀ। ਜਿਸ ਕਾਰਨ ਤਨ ਧਾਰਿਆ ਸੋ ਪ੍ਰਭ ਡਿਠਾ ਨਾਲ। ਜਿਸ ਬੰਦਗੀ ਵਾਸਤੇ ਤੂੰ ਇੱਥੇ ਆਇਆ ਹੈ ਮਨੁੱਖ, ਜਿਸ ਪਰਮਾਤਮਾ ਕਰਕੇ ਤੈਨੂੰ ਇਹ ਮਨੁੱਖਾ ਜੀਵਨ ਮਿਲਿਆ ਹੈ, ਉਸ ਪ੍ਰਭੂ ਨੂੰ ਹਮੇਸ਼ਾ ਆਪਣੇ ਨੇੜੇ ਜਾਣ, ਆਪਣੇ ਅੰਗ ਸੰਗ ਜਾਣ। ਔਰ ਉਹ ਪ੍ਰਭੂ ਕਿਹੜਾ ਹੈ? ਜਲ ਥਲ ਮਹੀਲ ਪੂਰਿਆ, ਪ੍ਰਭ ਆਪਣੀ ਨਦਰ ਨਿਹਾਲ। ਔਰ ਉਹ ਪ੍ਰਭੂ ਤੇ ਐਸਾ ਹੈ ਜੋ ਹਰ ਇੱਕ ਚ ਹੈ। ਤੂੰ ਹੀ ਹੁਣੇ ਸ਼ਬਦ ਅਸੀਂ ਸੁਣਿਆ ਸੀ, ਤੂੰ ਹੀ। ਉਹ ਤੇ ਜਲ ਚ ਵੀ ਹੈ, ਜਲੇ ਹਰੀ, ਥਲੇ ਹਰੀ, ਉਰੇ ਹਰੀ, ਬਨੇ ਹਰੀ। ਉਹ ਤੇ ਹਰ ਇੱਕ ਜਗ੍ਹਾ ਪਰਮਾਤਮਾ ਵਸਿਆ ਹੋਇਆ ਹੈ, ਹਰ ਇੱਕ ਜਗ੍ਹਾ ਪਰਮਾਤਮਾ ਵਸਿਆ ਹੋਇਆ ਹੈ। ਔਰ ਉਹ ਪ੍ਰਭ ਆਪਣੀ ਨਜ਼ਰ ਨਿਹਾਲ। ਔਰ ਪਰਮਾਤਮਾ ਆਪਣੀ ਨਜ਼ਰ, ਆਪਣੀ ਕਿਰਪਾ ਭਰੀ ਨਜ਼ਰ ਉਹ ਸਾਰਿਆਂ ਤੇ ਇੱਕੋ ਜਿਹੀ ਰੱਖਦਾ ਹੈ। ਸਾਰਿਆਂ ਨੂੰ ਇੱਕੋ ਜਿਹੀ ਨਜ਼ਰ ਦੇ ਨਾਲ ਉਹ ਪਰਮਾਤਮਾ ਦੇਖਦਾ ਹੈ। ਮਨ ਤਨ ਨਿਰਮਲ ਹੋਇਆ, ਲਾਗੀ ਸਾਚ ਪ੍ਰੀਤ। ਜਦੋਂ ਵਾਹਿਗੁਰੂ ਦੇ ਸੱਚੇ ਨਾਮ ਦੇ ਨਾਲ ਜਦੋਂ ਪ੍ਰੀਤ ਜੁੜ ਜਾਂਦੀ ਹੈ ਤੇ ਫਿਰ ਕੀ ਹੁੰਦਾ ਹੈ? ਫਿਰ ਮਨ ਨਿਰਮਲ ਹੋ ਜਾਂਦਾ ਹੈ। ਕਿਉਂਕਿ ਫਿਰ ਪ੍ਰਭੂ ਦੇ ਰੰਗ ਵਿੱਚ ਰੰਗਿਆ ਜਾਂਦਾ ਹੈ, ਰੰਗਣਾ ਸ਼ੁਰੂ ਹੀ ਹੋ ਜਾਏ। ਇਹ ਤੇ ਹੁਣ ਸਾਨੂੰ ਆਪਣੇ ਆਪ ਨੂੰ ਰੋਜ਼ ਖੋਜਣਾ ਹੈ। ਆਪਣੇ ਬਾਣੀ ਚ ਆਂਦਾ ਹੈ, ਆਪੇ ਕੰਡਾ ਤੋਲ ਤਰਾਜੀ, ਆਪੇ ਤੋਲਣ ਹਾਰਾ। ਅਗਰ ਅਸੀਂ ਸ਼ਾਮ ਨੂੰ ਬੈਠ ਕੇ ਅਸੀਂ ਸੋਚੀਏ ਨਾ, ਅਸੀਂ ਅੱਜ ਕੀ ਚੰਗਾ ਕੰਮ ਕੀਤਾ, ਕਿੰਨੀ ਦੇਰ ਅਸੀਂ ਵਾਹਿਗੁਰੂ ਨੂੰ ਅੱਜ ਯਾਦ ਕੀਤਾ, ਅਸੀਂ ਆਪਣੇ ਆਪ ਨੂੰ ਤੋਲਣਾ ਹੈ ਰੋਜ਼ ਬੈਠ ਕੇ। ਕਿ ਆਪਣੇ ਆਪ ਨੂੰ ਅਸੀਂ ਦੇਖਣਾ ਹੈ ਕਿ ਅਸੀਂ ਅਗਰ ਬਾਣੀ ਪੜ੍ਹਦੇ ਹਾਂ ਤੇ ਅਸੀਂ ਕੁਝ ਚੰਗਾ ਅਸੀਂ ਕਰ ਰਹੇ ਹਾਂ ਕਿ ਨਹੀਂ ਕਰ ਰਹੇ, ਸਾਡੇ 'ਚ ਤਬਦੀਲੀ ਆਈ ਹੈ ਕਿ ਨਹੀਂ ਆਈ ਹੈ, ਕਿ ਅਸੀਂ ਹਾਲੀ ਵੀ ਉਸੇ ਭਰਮਾਂ 'ਚ ਅਸੀਂ ਫਸੇ ਹੋਏ ਹਾਂ। ਇਹ ਸਾਨੂੰ ਆਪਣੇ ਆਪ ਨੂੰ ਅਸੀਂ ਖੁਦ ਜੱਜ ਕਰ ਸਕਦੇ ਹਾਂ।
मन तन निर्मल होया लागी साच प्रीत, चरण भजे पार ब्रह्म के, सब जप तप तिन की तिन ही कीत। कि जदों प्रभु दे चरण जिहदे हिरदे विच वस जांदे ने, ओहदे ते फिर 68 तीरथ इशनान उत्थे ही हो जाते हैं। वो कहते ने अपने अंदर ही जो वाहिगुरु का निवास कर लैंदा है, जिहदे मन च प्रभु का निवास हो जाता है। जो मनुख अपने हिरदे दे विच प्रभु नूं बिठा लैंदा है और उस दे नाम दा रोज इशनान करदा है, फिर उन्हों किते किते होर जाके ਉਹਨੂੰ तीर्थां ते किते होर जाके ਉਹਨੂੰ ਕਰਨ ਦੀ ਲੋੜ नहीं ਹੁੰਦੀ। ਉਹਦੇ फिर सारे जप तप ਉਹਦੇ सब ਉੱਥੇ ही बैठे हो जाते ने, ਜਦੋਂ ਉਹ ਮਨੁੱਖ ਆਪਣੇ ਹਿਰਦੇ ਦੇ ਵਿੱਚ ਪ੍ਰਭੂ ਨੂੰ ਵਸਾ ਲੈਂਦਾ, ਉਹਦੇ ਚਰਨ ਆਪਣੇ ਹਿਰਦੇ ਵਿੱਚ ਵਸਾ ਲੈਂਦਾ ਹੈ। रतन जवेहर माणिका अमृत हर का नाम, और अमृत हर का नाम प्रभु का नाम की है, वो ते अमृत है। वो सी, वो पहला भी सी, हुण भी है और हमेशा रहेगा प्रभु। और अगर ओदा नाम असी अपने मन च वसा लैने हाँ, तो फिर ओदे ते नाम दे विच इन्ने खजाने भरे हुए ने कि जो परमात्मा की बंदगी करता है, जो वाहिगुरु दे लड़ लगता है, उन्होंने ते फिर उन्होंने ते सारे कुछ प्रभु उन्होंने ओदी झोली भर देंदे ने। वो इहो जिहा सागर है कि जेड़े रत्ना दे नाल भरिया पिया है। ये ते हुण सानू ही साडे ते डिपेंड करदा, असी किन्ने अंदर जाके असी उस सागर दे विच डुबकी लगाने। सुख सहज आनंद रस जन नानक हर गुण गाओ। ते फिर हे वाहिगुरु, हे परमात्मा, कि मैनू अपने नाम दा मेनू ते इन्नी बख्शिश कर कि मैं तेरे नाम दा गुणगान करता रवां, तेरे नाम दा ही मैं सिमरन करता रवां। ते फिर उहदे नाल की हुंदा है, सुख सहज आनंद रस। और फिर वो जिहड़ा रस है ना, वो फिर जो परमात्मा दा आनंद रस है, वो सुख दा रस है, वो ते फिर वही महसूस करन लग पैंदा है जो कि परमात्मा दे नाम दा सिमरन करता है, जो परमात्मा दे नाल जुड़दा है। ते संगत जी, इन्नी क सेवा प्रवान करना, असी भी आओ रल मिल के अरदास करिए कि हे मेरे मन, तू प्रभु दी टेक लै, तू राम दा नाम जप, तू परमात्मा दा नाम जप। और असी ये हमेशा कोशिश करिए, हमेशा रब नूं असी चेते रखिए कि परमात्मा तेरा कोटान कोट शुकराना जो सानू तू ये दुर्लभ दे दिती है कि जिस विच आके असी तेरा नाम जप सक रहे हैं। असी सारे इकट्ठे होके वाहिगुरु दा गुणगान कर पा रहे हैं। ये भी परमात्मा दी ये इन्नी मेहर है साडे ते कि साडा दिमाग ठीक काम कर रहा है, सानू सोझी है कि असी परमात्मा दा नाम, असी बाणी पढ़नी है। परमात्मा ने सानू हथ पैर, बाबा जी ने जिन्ना शुकराना करी कि बाबा जी तुसी हथ पैर साडे सलामत दिते ने, साडा दिमाग ठीक है। अगे अगे जाके पता नहीं दिमाग ने भी काम करना है कि नहीं करना, हाथ पैरों ने भी साथ देना है कि नहीं देना। ये तो बाणी च भी लिखा है कि ये जेड़े साडे जन्म तो ही साडे संगी साथी जेड़े आए ने ना, ये भी समय दे नाल ये भी साथियां ने, संगियां ने साडा साथ छड्ड देना है। ते फिर साथ साडा तोड़ तक किन्ने निभाना है, वो वाहिगुरु दे ने ही साडा तोड़ निभाना है। इस लोक च ते सहायक होना ही है वाहिगुरु ने, उस लोक विच भी साडे सहायक होना है। सब कहंदे ने जी खाली हथ मनुख आया, खाली हाथ जाना है। मनुख खाली हाथ आया जरूर है, पर मनुख खाली हाथ कदी जाता नहीं। की लैके जाता है? अपने नाम, अपने नाल नाम लैके जाता है, अपने नाल अपने ए कर्म लैके जाता है, ये शुभ कर्म लैके जाता है। ये वाहिगुरु दा नाम सिमरन, ये जो ये ऐसा समय बतीत किया होया, ये जो लेखे लगता है, ये मनुख अपने नाल लैके जाता है। ते संगत जी कोशिश करिए कि वध तो वध प्रभु दा नाम सिमरन अपने असी जिंदगी दे विच लागू कर सके, क्योंकि ये अवसर बीते हो जाता है।
ਇਹ ਅਵਸਰ ਬੀਤਦਾ ਜਾ ਰਿਹਾ ਦਿਨ ਬ ਦਿਨ, ਹਰ ਪਲ ਸਮੇਂ ਸਾਡੇ ਕੋਲ ਘਟਦਾ ਜਾ ਰਿਹਾ। ਹੁਣ ਤੇ ਅਸੀਂ ਦੂਸਰਾ ਸਾਡਾ ਅਗਲਾ ਨੇੜੇ ਆਂਦਾ ਜਾ ਰਿਹਾ। ਤੇ ਵਾਹਿਗੁਰੂ ਦਾ ਸਿਮਰਨ ਇੰਨਾ ਕਰੀਏ ਕਿ ਵਾਹਿਗੁਰੂ ਸਾਡੇ ਸਿਰ ਤੇ ਮੇਰ ਭਰਿਆ ਹੱਥ ਰੱਖਣ, ਸਾਨੂੰ ਵੀ ਆਪਣੇ ਚਰਨਾਂ ਦੇ ਵਿੱਚ ਜੋੜ ਕੇ ਰੱਖਣ। ਔਰ ਸੰਗਤ ਜੀ ਐਨੀ ਜੀ ਸੇਵਾ ਪ੍ਰਵਾਨ ਕਰਨਾ। ਆਓ ਹੁਣ ਅਸੀਂ ਸ਼ਬਦ ਪੜ੍ਹਦੇ ਹਾਂ।
जप जाप राम नाम जप जाप वाहेगुरु सलोक पावन गुरु पाणी पिता माता तत मात दिवस रात दोई दाई दया खेले सगल जगत चंगियाइयां बुराइयां वाचे धर्म हदूर करमी आपो अपनी के नेड़े के दूर जिनी नाम ते आया गए मुशक्कत काल नानक ते मुख उजले केती छुट्टी ना जिनी नाम ते आया गए मुशक्कत काल नानक ते मुख उजले केती छुट्टी नाल वाहिगुरु जी का खालसा वाहिगुरु जी की फतेह। भुला चुका दी खिमा कर देना संगत जी।